पहले ग्रुप विच जो ਇਹ ਪੰਕਤੀਆਂ ਲਿਖ ਪਾਈਆਂ ਹਨ ਉਹਨਾਂ ਨੂੰ ਪੜ੍ਹ ਕੇ ਤੇ ਇਉਂ ਹੀ ਲੱਗਦਾ ਹੈ ਜਿਵੇਂ ਉਪਦੇਸ਼ ਦਿੱਤਾ ਹੋਵੇ। ਇਹੋ ਹੀ ਮੈਂ ਅਕਸਰ ਕਹਿੰਦਾ ਹਾਂ ਨਾ ਵੀ ਧਾਰਮਿਕ ਲੋਕਾਂ ਨੂੰ ਬਹੁਤ ਵੱਡੀ ਬਿਮਾਰੀ ਹੈ ਵੀ ਉਹ ਇੱਕ ਦੂਸਰੇ ਨੂੰ ਉਪਦੇਸ਼ ਬਹੁਤ ਦਿੰਦੇ ਰਹਿੰਦੇ ਹਨ। ਉਹਨਾਂ ਨੇ ਕਿਸੇ ਨੂੰ ਪਾ ਦਿੱਤਾ, ਉਹਨਾਂ ਨੇ ਗਾਹਾਂ ਪਾ ਦਿੱਤਾ, ਉਹਨੇ ਗਾਹਾਂ ਪਾ ਦਿੱਤਾ, ਬਸ ਪੜ੍ਹ ਪੜ੍ਹ ਕੇ ਗਾਹਾਂ ਤੋਂ ਗਾਹਾਂ ਪਾਈ ਜਾਂਦੇ ਹਨ। ਇੱਕ ਦੂਸਰੇ ਨੂੰ ਦਿੰਦੇ ਹਨ ਉਪਦੇਸ਼, ਵੰਡਦੇ ਹਨ ਨਾ ਖਜ਼ਾਨਾ, ਲੈਂਦਾ ਕੋਈ ਨਹੀਂ ਹੈ। ਇਹ ਜਿਹੜਾ ਨਾਮ ਰੂਪੀ ਅੰਮ੍ਰਿਤ ਜਲ ਹੈ ਨਾ, ਇਹ ਕੋਈ ਨਹੀਂ ਲੈਂਦਾ ਹੈ। ਦਿੰਦੇ ਸਾਰੇ ਹੀ ਹਨ। ਉਪਦੇਸ਼ ਸਭ ਤੋਂ ਵੱਧ ਦਿੱਤਾ ਜਾ ਰਿਹਾ ਹੈ ਦੁਨੀਆ 'ਚ। ਹਰ ਇੱਕ ਕੋਈ ਸਲਾਹ ਦਿੰਦਾ ਹੈ, ਸਲਾਹ ਦੇਣ ਨੂੰ ਕੋਈ ਘੱਟ ਨਹੀਂ ਹੈ। ਇਵੇਂ ਹੀ ਧਾਰਮਿਕ ਲੋਕ ਉਪਦੇਸ਼ ਦੇਣ ਨੂੰ ਕੋਈ ਘੱਟ ਨਹੀਂ, ਪਰ ਸਮਝਦਾ ਕੋਈ ਨਹੀਂ। ਸਿਰਫ ਆਪ ਪੜ੍ਹਿਆ ਤੇ ਅੱਗੇ ਅਗਲੇ ਨੂੰ ਭੇਜ ਦਿੱਤਾ, ਤੇ ਅਗਲਾ ਵੀ ਸੋਚਦਾ ਹੈ ਪੜ੍ਹ ਕੇ ਮੈਂ ਗਾਹਾਂ ਭੇਜੂੰਗਾ, ਥੋੜ੍ਹਾ ਜਿਹਾ ਅਗਲੇ ਨੂੰ ਵੀ ਪਤਾ ਲੱਗੂਗਾ ਮੈਂ ਵੀ ਗਿਆਨੀ ਹਾਂ, ਸਮਝਦਾਰ ਹਾਂ, ਗਿਆਨ ਹੈ ਮੈਨੂੰ। ਤੇ ਸਮਝਦਾਰੀ ਦੀਆਂ ਗੱਲਾਂ ਇੱਕ ਦੂਸਰੇ ਨੂੰ ਸਮਝਦਾਰ ਦਿਖਾਉਣ ਵਾਸਤੇ, ਗਿਆਨਵਾਨ ਦਿਖਾਉਣ ਵਾਸਤੇ ਬਾਹਰ। ਤੇ ਅੱਖਰਾਂ ਨੂੰ ਪੜ੍ਹ ਕੇ ਸਮਝ ਕੇ ਕੋਈ ਗਿਆਨ ਥੋੜ੍ਹੀ ਹੋ ਜਾਂਦਾ ਹੈ। ਤੇ ਇਹ ਪੰਕਤੀਆਂ ਜੋ ਲਿਖੀਆਂ ਹਨ, ਥੋੜ੍ਹਾ ਜਿਹਾ ਗੌਰ ਕਰਿਓ। जंगल जंगल ढूंढ रहा है मृग अपनी कस्तूरी, कितना मुश्किल है तय करना खुद से खुद की दूरी। भीतर सुन्न बाहर सुन्ने, सुन्ने चारों ओर है, मैं नहीं हूँ मुझ में फिर भी मैं का ही शोर है। खुद में भगवान को देखना ही ध्यान है, खुद को जानना ही सबसे बड़ा ज्ञान है। कमाल दी गल है। शुभ प्रभात, प्रभात साड़ी शुभ ही है सदा तो। थले लिखिया राम राम जी, शायद राम ना लगाव होवेगा। जे तां बाहरले राम ना लगाव है ਜਿਹੜਾ ਹੋ ਚੁੱਕਾ ਹੈ, ਉਹ ਤੇ ਤੈਨੂੰ ਕਿਤੇ ਨਹੀਂ ਮਿਲਣਾ ਹੈ। ਤੇ ਜੇ ਅੰਦਰਲੇ ਰਾਮ ਨਾਲ ਲਗਾਵ ਹੈ ਤਾਂ ਉਹਦੇ ਵਾਸਤੇ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਹੈ। ਤੇ ਬਹੁਤਿਆਂ ਨੂੰ ਬਾਹਰਲੇ ਰਾਮ ਨਾਲ ਲਗਾਵ ਹੁੰਦਾ ਹੈ। ਤੋ ਜਿਹੜਾ ਬਾਹਰ ਹੋਇਆ ਸੀ, एक राम जथरथ का बेटा, एक राम घट घट में पीखा ਲੇਖਾ। ਇੱਕ ਰਾਮ ਹੈ ਘਟ ਘਟ ਦੇ ਵਿੱਚ ਵਸਿਆ ਹੋਇਆ, ਰਮਿਆ ਹੋਇਆ। ਉਹ ਹੈ ਭਗਤਾਂ ਦਾ ਰਾਮ, ਉਹ ਹੈ ਪ੍ਰਭੂ ਪਿਆਰਿਆਂ ਦਾ ਰਾਮ। ਘਟ ਘਟ में राम, घट घट में हरजू बसे, संतन कहो पुकार। ਤੇ ਬਹੁਤੇ ਜਿਹੜੇ ਬਾਹਰ ਹਨ ਧਾਰਮਿਕ ਲੋਕ, ਉਹ ਜੋ ਹੋ ਚੁੱਕਾ ਹੈ ਰਾਮ, ਉਹਦੇ ਹੀ ਰਮਾਇਣ ਨੂੰ ਪੜ੍ਹਦੇ ਰਹਿੰਦੇ ਹਨ। ਤੇ ਉਸੇ ਹੀ ਰਾਮ ਨੂੰ ਅਗਰ ਤੁਸੀਂ ਲੱਭਣ ਜਾਓਗੇ ਨਾ ਅਯੋਧਿਆ, ਤੇ ਉਹ ਰਾਮ ਨਹੀਂ ਮਿਲਣਗੇ ਉੱਥੇ। ਰਾਜਨੀਤਿਕ ਲੋਕ ਮਿਲ ਸਕਦੇ ਹਨ,
ਉਹ ਥੋੜੀ ਹੈ, ਉਹ ਤੇ ਹੋ ਚੁੱਕੇ। ਤੇ ਜੋ ਤੁਸੀਂ ਲਿਖਦੇ ਹੋ ਉਹਦੇ ਤੋਂ ਵੀ ਤੁਹਾਡਾ ਬਹੁਤ ਕੁਝ ਪਤਾ ਚੱਲਦਾ ਹੈ, ਬਹੁਤ ਕੁਝ ਪਤਾ ਲੱਗਦਾ ਹੈ। ਜਿਵੇਂ ਮੈਂ ਕੱਲ ਗੁੰਜਨ ਕਾਂਦਰਾ ਦੋ ਮੈਸੇਜ ਪਾਇਆ ਸੀ, ਕ੍ਰਿਸ਼ਨ ਜਨਮਸ਼ਟਮੀ ਦਾ। ਉਹਦੇ ਥੱਲੇ ਲਿਖਿਆ ਹੋਇਆ ਹੈ, ਇਹ ਮੈਂ ਪੜ੍ਹਿਆ ਰਿਕਾਰਡਿੰਗ ਕਰਨ ਤੋਂ ਬਾਅਦ, ਇਸ ਕਰਕੇ ਮੈਂ ਇਹ ਅੱਜ ਪੜ੍ਹ ਦਿੰਦਾ ਹਾਂ। ਸੌਰੀ, ਪਲੀਜ਼ ਇਗਨੋਰ, ਸੈਂਟ ਬਾਈ ਮਿਸਟੇਕ। ਕਹਿੰਦੀ ਜੋ ਕੱਲ ਉੱਪਰ ਇੱਕ ਮੈਸੇਜ ਪੈ ਗਿਆ ਸੀ ਕ੍ਰਿਸ਼ਨ ਜਨਮਸ਼ਟਮੀ ਦਾ, ਉਹ ਮਿਸਟੇਕ ਹੋ ਗਈ, ਗਲਤੀ ਨਾਲ ਪੈ ਗਿਆ, ਭੁੱਲ ਚੁੱਕ ਹੋ ਗਈ। ਕਿਸੇ ਹੋਰ ਨੂੰ ਪਾਉਣਾ ਚਾਹੁੰਦੇ ਹੋਵੋਗੇ ਤੇ ਪਾਉਣਾ ਤੇ ਚਾਹੁੰਦੇ ਹੀ ਨਾ, ਤੁਸੀਂ ਪਾ ਤੇ ਰਹੇ ਹੋ ਨਾ, ਤੁਸੀਂ ਜੁੜੇ ਤੇ ਹੋਏ ਹੋ ਨਾ ਕ੍ਰਿਸ਼ਨ ਦੇ ਨਾਲ, ਤੁਸੀਂ ਤੇ ਠੀਕ ਹੀ ਹੈ, ਜੁੜੇ ਹੋਏ ਹੋ ਤੇ ਜੋੜ ਹੀ ਤੇ ਹਟਾਉਣਾ ਹੈ ਤੁਹਾਡਾ। ਤੇ ਤੁਸੀਂ ਕਹਿੰਦੇ ਹੋ ਸੌਰੀ, ਪਲੀਜ਼ ਇਗਨੋਰ ਕਰ ਦਿਓ ਤੁਸੀਂ ਇਹਨੂੰ। ਨਹੀਂ, ਇਗਨੋਰ ਨਹੀਂ ਅਸੀਂ ਕਰ ਸਕਦੇ ਹਾਂ, ਤੁਹਾਡੀਆਂ ਗਲਤੀਆਂ ਨੂੰ ਇਗਨੋਰ ਕੀਤਾ ਹੀ ਨਹੀਂ ਜਾ ਸਕਦਾ। ਜੇ ਤੁਹਾਡੀਆਂ ਗਲਤੀਆਂ ਨੂੰ ਇਗਨੋਰ ਕਰ ਦੇਵਾਂਗੇ ਫਿਰ ਤੁਹਾਨੂੰ ਸੁਧਾਰੂਗਾ ਕੌਣ? ਬੱਚੇ ਦੀਆਂ ਗਲਤੀਆਂ ਨੂੰ ਮਾਤਾ ਪਿਤਾ ਇਗਨੋਰ ਥੋੜ੍ਹੀ ਕਰਦੇ ਆ, ਫਿਰ ਮਾਤਾ ਪਿਤਾ ਹੀ ਕਾਹਦੇ ਹੋਏ। ਤੇ ਇਗਨੋਰ ਕੀਤਾ ਨਹੀਂ ਜਾ ਸਕਦਾ ਤੁਹਾਡੀਆਂ ਗਲਤੀਆਂ ਨੂੰ, ਤੁਹਾਡੀਆਂ ਗਲਤੀਆਂ ਨੂੰ ਤੇ ਫੜਿਆ ਜਾਂਦਾ ਹੈ। ਤੁਸੀਂ ਕੁਛ ਵੀ ਟੈਲੀਫੋਨ ਤੇ ਛੋਟੀ ਜਿਹੀ ਵੀ ਘਟਨਾ ਲਿਖਦੇ ਹੋ ਜਾਂ ਭੁੱਲ ਚੁੱਕ ਵੀ ਹੁੰਦੀ ਹੈ ਤੁਹਾਡੇ ਕੋਲ, ਤੇ ਐਵੇਂ ਨਹੀਂ ਹੁੰਦੀ ਹੈ, ਤੇ ਇਹਦਾ ਲਾਭ ਹੀ ਹੋਇਆ ਹੈ ਨਾ। ਹੋ ਸਕਦਾ ਇਸੇ ਕਰਕੇ ਹੀ ਭੁੱਲ ਹੋਈ ਹੋਵੇ ਵੀ ਤੁਹਾਨੂੰ ਇਸ ਪੱਖ ਦਾ ਉਪਦੇਸ਼ ਚਾਹੀਦਾ ਸੀ, ਤੁਹਾਡੇ ਵਾਸਤੇ ਜ਼ਰੂਰੀ ਸੀ, ਤੁਸੀਂ ਜ਼ਿਆਦਾ ਬੰਧੇ ਹੋਏ ਹੋ। ਤੇ ਜਿਹਦੇ ਵਾਸਤੇ ਜੋ ਜ਼ਰੂਰੀ ਹੈ, ਜਿਹੜੀ ਦਵਾਈ ਜ਼ਰੂਰੀ ਹੈ, ਉਹੀ ਦਵਾਈ ਦਿੰਦਾ ਹੈ ਨਾ ਡਾਕਟਰ, ਵੀ ਮਰੀਜ਼ ਠੀਕ ਹੋ ਜਾਵੇ ਛੇਤੀ। ਤੇ ਤੁਹਾਡੇ ਵਾਸਤੇ ਇਹੋ ਹੀ ਉਪਦੇਸ਼ ਠੀਕ ਹੋਵੇ, ਹੋ ਸਕਦਾ ਹੈ, ਇਸ ਕਰਕੇ ਇਹ ਗਲਤੀ ਹੋਈ, ਭੁੱਲ ਚੁੱਕ ਹੋਈ। ਠੀਕ ਹੀ ਹੋਇਆ, ਇਗਨੋਰ ਕਿਉਂ ਕਰਨਾ? ਤੁਸੀਂ ਡਰਦੇ ਕਿਉਂ ਹੋ? ਆਪਣੀਆਂ ਗਲਤੀਆਂ ਨੂੰ ਸਾਹਮਣੇ ਕਿਉਂ ਨਹੀਂ ਲੈ ਕੇ ਆਉਂਦੇ ਹੋ? ਕਿਉਂ ਨਹੀਂ ਦੱਸਦੇ ਹੋ? ਕਾਹਦਾ ਡਰ ਹੈ? ਸੰਸਾਰ ਕਿਉਂ ਡਰ ਰਹੇ ਹੋ? ਸੰਸਾਰ ਤੋਂ ਬੜੇ ਭੈਭੀਤ ਹੋ ਤੁਸੀਂ ਲੋਕ, ਕਿਉਂ ਡਰਦੇ ਹੋ ਲੋਕਾਂ ਕੋਲ? ਲੋਕ ਕਿੱਥੇ ਹਨ? ਤੇ ਬਾਹਰੋਂ ਸਤਿਕਾਰ ਪਾਉਣ ਵਾਸਤੇ ਨਾ ਡਰੋ ਤੁਸੀਂ, ਜੋ ਹੈ ਵਾਸਤਵਿਕ ਉਹ ਲਿਖੋ। ਤਾਂ ਉਹਦੇ ਨਾਲ ਤੁਹਾਡਾ ਵੀ ਭਲਾ ਹੋਵੇਗਾ ਤੇ ਹੋਰਨਾਂ ਦਾ ਵੀ ਭਲਾ ਹੋਵੇਗਾ। ਕਰ ਭਲਾ ਹੋ ਭਲਾ, ਅੰਤ ਭਲੇ ਕਾ ਭਲਾ। ਤੇ ਜੇ ਤੁਸੀਂ ਲਿਖਦੇ ਹੋ ਨਾ ਕੁਛ, ਜਾਂ ਪਾ ਹੀ ਦਿੰਦੇ ਹੋ ਕੁਛ,
ਤੇ ਕੁਛ ਭੁੱਲ ਚੁੱਕ ਦੇ ਨਾਲ ਪੈ ਵੀ ਜਾਂਦਾ ਹੈ, ਤੇ ਉਹ ਵੀ ਭਲਾ ਹੀ ਸਮਝੋ। ਬਹੁਤਿਆਂ ਦਾ ਭਲਾ ਹੋ ਰਿਹਾ ਹੈ, ਤੁਹਾਡਾ ਤੇ ਹੋ ਹੀ ਰਿਹਾ ਹੈ ਨਾ। ਤੇ ਇਹ ਜੋ ਇਹ ਪਹਿਲੇ ਗਰੁੱਪ ਦੇ ਵਿੱਚ ਪੰਕਤੀਆਂ ਲਿਖੀਆਂ ਹਨ, ਇਹ ਵੀ ਸਮਝਣ ਯੋਗ ਹੀ ਹਨ। ਪੰਕਤੀਆਂ ਤੋਂ ਪੰਕਤੀਆਂ ਲਿਖਣ ਵਾਲੇ ਦੀ ਬੇਸਮਝੀ ਵੀ ਸਮਝ ਵਿੱਚ ਆਵੇਗੀ, ਮੂੜਤਾ ਵੀ ਸਮਝ ਵਿੱਚ ਆਵੇਗੀ, ਤੇ ਤੁਹਾਨੂੰ ਵੀ ਥੋੜ੍ਹੀ ਜਿਹੀ ਸਮਝ ਆਵੇਗੀ ਕਿ ਆਦਮੀ ਜੋ ਲਿਖਦਾ ਹੈ, ਜੋ ਕਹਿੰਦਾ ਹੈ, ਇਹ ਕਿਉਂ ਕਹਿ ਰਿਹਾ ਹੈ। ਸਾਰਿਆਂ ਨੂੰ ਵੱਡੀ ਗੱਲ ਇਹ ਹੁੰਦੀ ਹੈ ਕਿ ਗੱਲ ਤੁਸੀਂ ਉਹ ਕਹੋ ਜੋ ਤੁਸੀਂ ਜਾਣਦੇ ਹੋ, ਜੋ ਤੁਸੀਂ ਜਾਣੀ ਹੈ। ਧਾਰਮਿਕ ਉਪਦੇਸ਼ ਉਹਨਾਂ ਨੂੰ ਦੇਣਾ ਚਾਹੀਦਾ ਹੈ ਜਿਹੜੇ ਉਹ ਉਪਦੇਸ਼ਾਂ ਨੂੰ ਬਾਹਰੋਂ ਨਹੀਂ ਜਾਣਦੇ ਹਨ, ਪੜ੍ਹ ਕੇ, ਸੁਣ ਕੇ, ਵਿਚਾਰ ਕੇ, ਸਮਝ ਕੇ ਨਹੀਂ, ਉਹਨਾਂ ਉਪਦੇਸ਼ਾਂ ਨੂੰ ਅੰਦਰੋਂ ਜਾਣਦੇ ਹਨ। ਉਹ ਜੋ ਕਿਹਾ ਗਿਆ ਹੈ, ਉਹਨਾਂ ਨੂੰ ਅੰਦਰੋਂ ਉਹਦਾ ਪਤਾ ਲੱਗ ਗਿਆ ਹੈ, ਤੇ ਜਿਹਨੂੰ ਪਤਾ ਲੱਗ ਜਾਂਦਾ ਹੈ ਨਾ ਜੋ ਕਿਹਾ ਗਿਆ ਹੈ, ਉਹੋ ਹੀ ਗਾਂ ਕਹਿ ਸਕਦਾ ਹੈ ਨਾ। ਜਿਵੇਂ ਹੁਣ ਤੁਸੀਂ ਕਿਸੇ ਰਸਤੇ ਬਾਰੇ ਪੜ੍ਹਿਆ ਸੁਣਿਆ ਹੀ ਹੋਵੇ, ਤੁਹਾਨੂੰ ਦੂਸਰੇ ਨੂੰ ਸਮਝਾਉਣ ਲੱਗ ਜਾਓ। ਹੁਣ ਪੜ੍ਹ ਸੁਣ ਕੇ ਤੁਹਾਨੂੰ ਰਸਤੇ ਦਾ ਥੋੜ੍ਹੀ ਪਤਾ ਲੱਗਾ ਹੈ, ਕਿਸ ਤਰ੍ਹਾਂ ਪਹਾੜ ਹੈ, ਕਿੰਨੇ ਜੰਗਲ ਹਨ, ਕਿੰਨੀਆਂ ਨਦੀਆਂ ਹਨ। ਭਾਵੇਂ ਨਕਸ਼ਾ ਵੀ ਸਮਝ ਲਓ ਤੁਸੀਂ, ਫਿਰ ਵੀ ਤੁਰ ਕੇ ਪਤਾ ਲੱਗੇਗਾ, ਚੱਲ ਚੱਲ ਕੇ ਹੀ ਪਤਾ ਲੱਗੇਗਾ ਕਿੰਨਾ ਉਬੜ ਖੁਬੜ ਹੈ, ਕਿੰਨਾ ਉੱਚਾ ਨੀਵਾਂ ਹੈ, ਕਿੱਦਾਂ ਚੱਲਣਾ ਹੈ, ਕਿੱਦਾਂ ਸੰਭਲਣਾ ਹੈ, ਕਿੰਨੀਆਂ ਚੜ੍ਹਾਈਆਂ ਹਨ, ਕਿੰਨੇ ਸੰਕਰੇ ਰਸਤੇ ਹਨ, ਕਿਤੇ ਰਸਤੇ ਦੇ ਉੱਪਰੋਂ ਦੀ ਵੀ ਪਾਰ ਕਰਨਾ ਪੈਣਾ, ਉਦੋਂ ਕਿਵੇਂ ਬੈਲੈਂਸ ਸਾਂਭਣਾ ਹੈ। ਥੋੜ੍ਹਾ ਪੜ੍ਹ ਕੇ ਥੋੜ੍ਹਾ ਪਤਾ ਲੱਗੇਗਾ, ਤੋ ਚੱਲੋਗੇ ਪਤਾ ਲੱਗੇਗਾ ਨਾ ਵੀ ਬੈਲੈਂਸ ਕਿਵੇਂ ਸਾਂਭਣਾ ਹੈ। ਇੰਨੀ ਹਾਈਟ 'ਤੇ ਸਾਹਸ ਬਣਾਈ ਰੱਖਣਾ ਹੈ। ਪਰ ਪੜ੍ਹ ਸੁਣ ਕੇ ਹੀ ਤੁਸੀਂ ਸਮਝ ਲੈਂਦੇ ਹੋ, ਸਮਝ ਲਿਆ। ਹੁਣ ਇਹ ਜਿਹੜੀਆਂ ਪੰਕਤੀਆਂ ਲਿਖੀਆਂ ਹੋਈਆਂ ਹਨ, ਥੋੜ੍ਹਾ ਜਿਹਾ ਖਿਆਲ ਕਰੋ। जंगल जंगल ढूंढ रहा है मर्ग अपनी कस्तूरी, कितना मुश्किल है तय करना खुद से खुद की दूरी। खुद से खुद की दूरी है नहीं, तुसीं कह रहे हो कितना मुश्किल है तय करना खुद से खुद की दूरी। ਇੱਥੋਂ ਹੀ ਤੁਹਾਡੀ ਸਾਫ਼ ਮੂੜਤਾ ਝਲਕ ਰਹੀ ਹੈ, ਬੇਸਮਝੀ ਝਲਕ ਰਹੀ ਹੈ। ਹੁਣ ਮੈਂ ਕੀ ਕਹਾਂ ਤੁਹਾਨੂੰ ਵੀ ਖੁਦ ਨਾਲੋਂ ਖੁਦ ਦੇ ਨਾਲ ਦੂਰੀ ਕਿਵੇਂ ਹੋਗੀ ਤੇ ਤੈਅ ਕਿਵੇਂ ਕਰਨੀ ਹੈ। ਇਹ ਵੀ ਹੈਰਾਨਗੀ ਦੀ ਗੱਲ ਹੈ ਨਾ। ਮੈਂ ਤੁਹਾਨੂੰ ਕਹਾਂ ਵੀ ਤੁਸੀਂ ਆਪਣੇ ਕੋਲ ਜਾਣਾ ਹੈ, ਹੁਣ ਤੁਸੀਂ ਕੋਲ ਕਿਵੇਂ ਜਾਓਗੇ, ਕੋਲ ਤੇ ਹੋ ਹੀ ਤੁਸੀਂ ਕਹਿੰਦੇ ਦੂਰੀ ਕਿੰਨੀ ਤੈਅ ਕਰਨੀ ਬੜੀ ਮੁਸ਼ਕਿਲ ਹੈ। ਬੜੀ ਕਮਾਲ ਦੀ ਗੱਲ ਹੈ ਬਈ, ਮੁਸ਼ਕਿਲ ਕਿਵੇਂ ਹੋਗੀ, ਦੂਰੀ ਨਹੀਂ ਹੈ ਤਾਂ ਮੁਸ਼ਕਿਲ ਕਿਵੇਂ ਹੋਗੀ। ਬਾਹਰ ਕਿਤੇ ਦੂਰ ਜਾਣਾ ਹੋਵੇ, ਕਿਤੇ ਤੀਰਥ ਸਥਾਨ 'ਤੇ ਜਾਣਾ ਹੋਵੇ, ਤੇ ਪੁਰਾਣੇ ਸਮਿਆਂ 'ਚ ਜ਼ਿਆਦਾ ਮੁਸ਼ਕਿਲ ਹੁੰਦੀ ਸੀ ਕਿ ਵਾਹਨ ਨਹੀਂ ਸੀ ਹੁੰਦੇ,
ਤੇ ਲੋਕ ਪੈਦਲ ਜਾਂਦੇ ਸਨ ਜੰਗਲਾਂ ਦੇ ਵਿੱਚ ਦੀ, ਬੜਾ ਕਠਿਨ ਸੀ ਰਸਤਾ। ਹੁਣ ਵਾਹਨ ਹੈਗੇ, ਆਦਮੀ ਛੇਤੀ ਪਹੁੰਚ ਜਾਂਦਾ ਤੇ ਕਠਿਨ ਨਹੀਂ ਰਹਿ ਗਿਆ ਯਾਤਰਾ ਕਰਨੀ, ਬਹੁਤ ਸੁਖਾਲੀ ਹੈ ਤੇ ਆਦਮੀ ਕਿਤੇ ਦੀ ਕਿਤੇ ਪਹੁੰਚ ਜਾਂਦਾ ਹੈ। ਤੇ ਬਾਹਰ ਤੇ ਜਾਣਾ ਪੈਂਦਾ ਹੈ ਤੇ ਮੁਸ਼ਕਿਲ ਹੈ ਯਾਤਰਾ, ਬਾਹਰ ਦੂਰ ਜਾਣਾ ਹੈ, ਪਰ ਅੰਦਰ ਮੁਸ਼ਕਿਲ ਥੋੜੀ, ਅੰਦਰ ਦੂਰੀ ਥੋੜੀ ਹੈ। ਇਹ ਇਉਂ ਹੀ ਹੈ ਜਿਵੇਂ ਇੱਕ ਕਬੀਰ ਜੀ ਦਾ ਸ਼ਬਦ ਹੈ, ਮਛਲੀ ਜਲ ਭੀਤਰ ਪਿਆਸੀ, ਮਛਲੀ ਜਲ ਭੀਤਰ ਪਿਆਸੀ, ਉਹ ਹਾਲ ਹੈ। ਮੱਛੀ ਜਲ ਦੇ ਭੀਤਰ ਹੈ, ਪਾਣੀ ਦੇ ਵਿੱਚ ਹੈ ਤੇ ਪਿਆਸੀ ਹੈ। ਤੁਹਾਡਾ ਵੀ ਉਹੀ ਹਾਲ ਹੈ, ਤੁਸੀਂ ਉਸੇ ਸਾਗਰ ਦੇ ਵਿੱਚ ਹੀ ਹੋ। ਫਿਰ ਕਹਿੰਦੇ ਹੋ ਬੜੀ ਦੂਰੀ ਹੈ। ਜਿਵੇਂ ਮੱਛੀ ਕਵੇ ਜਲ ਬਹੁਤ ਦੂਰ ਹੈ, ਮੈਨੂੰ ਬੜੀ ਪਿਆਸ ਲੱਗੀ, ਹੁਣ ਉਹਨੂੰ ਕਿਵੇਂ ਸਮਝਾਵੇ? ਜਲ ਦੇ ਵਿੱਚ ਤੇ ਤੁਰੀ ਫਿਰਦੀ, ਦੂਰ ਕਿੱਥੇ? ਹੁਣ ਤੁਹਾਨੂੰ ਕਿਵੇਂ ਸਮਝਾਵੇ? ਹੁਣ ਜਲ ਵੱਲ ਦੇਖੋਗੇ ਤਾਂ ਹੀ ਜਲ ਨਜ਼ਰ ਆਵੇਗਾ ਨਾ। ਤੁਸੀਂ ਦੂਸਰੀਆਂ ਮੱਛੀਆਂ ਵੱਲ ਦੇਖੀ ਜਾਂਦੇ ਹੋ, ਉਹ ਮੱਛੀ ਦੂਸਰੀਆਂ ਮੱਛੀਆਂ 'ਚ ਉਲਝੀ ਹੋਈ, ਜਲ ਵੱਲ ਤੇ ਦੇਖਦੀ ਨਹੀਂ, ਕਿਉਂਕਿ ਪੈਦਾ ਹੀ ਉੱਥੇ ਹੋਈ, ਉੱਥੇ ਰਹਿ ਰਹੀ ਹੈ। ਜਲ ਭੁੱਲ ਹੀ ਗਿਆ, ਵਿਸਰ ਹੀ ਗਿਆ, ਜਲ ਵੱਲ ਦੇਖਿਆ ਹੀ ਨਹੀਂ, ਦੇਖ ਹੀ ਨਹੀਂ ਰਹੀ, ਉਹ ਤੇ ਆਰ ਪਾਰ ਦੇਖ ਰਹੀ ਹੈ ਨਾ ਦੂਸਰੀਆਂ ਮੱਛੀਆਂ। ਤੇ ਇਹ ਸੱਚ ਹੈ ਗੱਲ। ਹੋ ਸਕਦਾ ਹੈ ਜਲ ਨੂੰ ਪਤਾ ਨਾ ਲੱਗਦਾ ਹੋਵੇ ਮੱਛੀ ਨੂੰ ਜਲ ਦਾ, ਕਿਉਂਕਿ ਜਲ 'ਚ ਹੀ ਤੇ ਰਹਿ ਰਹੀ ਹੈ। ਬਾਹਰ ਆਣ ਕੇ ਜਦੋਂ ਤੜਪਦੀ ਉਦੋਂ ਪਤਾ ਲੱਗਦਾ ਹੋਊ ਜਲ ਜੀਵਨ ਸੀ, ਵਿੱਚ ਥੋੜ੍ਹੀ ਦਿਖਦਾ। ਆਰ ਪਾਰ ਵੀ ਦਿਖ ਰਿਹਾ ਹੈ ਉਹਨੂੰ, ਦੂਸਰੀਆਂ ਮੱਛੀਆਂ ਨੂੰ ਦੇਖ ਰਹੀ, ਨੱਠ ਰਹੀ, ਭੱਜ ਰਹੀ, ਜਿਵੇਂ ਤੁਸੀਂ ਨੱਠ ਭੱਜ ਰਹੇ ਹੋ, ਉਹਨੂੰ ਥੋੜ੍ਹੀ ਦੇਖ ਰਹੇ ਹੋ ਜਿਹਦੇ ਵਿੱਚ ਨੱਠ ਭੱਜ ਰਹੇ ਹੋ, ਕਿਉਂਕਿ ਉਹ ਤੇ ਪਾਰਦਰਸ਼ੀ ਹੈ ਨਾ। ਜਿਵੇਂ ਮੱਛੀ ਪਾਣੀ ਦੇ ਵਿੱਚ ਦੀ ਦੇਖਦੀ, ਉੱਦਾਂ ਤੁਸੀਂ ਦੇਖ ਰਹੇ ਹੋ ਉਹਦੇ ਵਿੱਚ, ਉਹ ਤੇ ਅਦ੍ਰਿਸ਼ ਹੈ ਨਾ, ਪਾਰਦਰਸ਼ੀ। ਤੇ ਉਹ ਭੁੱਲ ਗਿਆ ਤੁਹਾਨੂੰ, ਤੁਸੀਂ ਦੂਸਰੀਆਂ ਮੱਛੀਆਂ 'ਚ ਉਲਝ ਗਏ, ਫਸ ਗਏ ਦੂਸਰੀਆਂ ਮੱਛੀਆਂ 'ਚ, ਲਾਗਲੀਆਂ 'ਚ ਜਿਹੜੀਆਂ ਚਾਰ ਚੁਫੇਰੇ ਸੀ। ਤੇ ਉਹਨਾਂ ਮੱਛੀਆਂ 'ਚ ਉਲਝ ਕੇ ਤੁਹਾਨੂੰ ਉਹ ਨਜ਼ਰ ਨਹੀਂ ਆ ਰਿਹਾ ਜਿਹੜਾ ਚਾਰ ਚੁਫੇਰੇ। ਆਹ ਥਲੜੀਆਂ ਪੰਕਤੀਆਂ 'ਚ ਲਿਖਿਆ ਵੀ ਹੋਇਆ ਹੈ, ਭੀਤਰ ਸੁੰਨੰ ਬਾਹਰ ਸੁੰਨੰ, ਸੁੰਨ ਚਾरों ओर है, मैं नहीं हूँ मुझ में फिर भी मैं का ही शोर है। ਦੱਸੋ, ਜੇ ਅੰਦਰ ਸੁੰਨੰਗ ਬਾਹਰ ਸੁੰਨੰਗ ਹੈ, ਫਿਰ ਮੈਂ ਕਿੱਥੇ? ਫਿਰ ਜਿਹਨੂੰ ਅੰਦਰ ਸੁੰਨੰਗ ਬਾਹਰ ਸੁਣਨ ਦਾ ਪਤਾ ਲੱਗ ਜਾਂਦਾ ਹੈ, ਤੇ ਉਹ ਫਿਰ ਹੇਠਲੀਆਂ ਜਿਹੜੀਆਂ ਗੱਲਾਂ ਹੈ ਨਾ ਉਹ ਕਹਿੰਦਾ ਨਹੀਂ ਹੈ। कि खुद में भगवान को देखना ही ध्यान है, खुद को जानना ही सबसे बड़ा ज्ञान है। ਜਦੋਂ ਸੁਣਨੀ ਹੈ ਸਭ ਕੁਝ, ਦੇਖੋ ਇਹ ਪੰਕਤੀਆਂ ਲਿਖਣ ਵਾਲੇ ਵੀ ਕਮਾਲ ਦੀਆਂ ਪੰਕਤੀਆਂ ਲਿਖਦੇ ਹਨ। ਇਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਹੈ ਵੀ ਕੀ ਲਿਖ ਰਹੇ ਹਨ, ਕੀ ਸਮਝਾ ਰਹੇ ਹਨ, ਕਿਹਨੂੰ ਸਮਝਾ ਰਹੇ ਹਨ। ਬੇਸਮਝੀ ਲੋਕ ਹਨ, ਹੱਦ ਹੀ ਹੋਈ ਪਈ। ਜਿਵੇਂ ਸੁੱਤੇ ਹੋਏ ਮਨੁੱਖ ਨਾ ਸੁੱਤੇ ਹੋਇਆਂ ਨੂੰ ਸਮਝਾ ਰਹੇ ਹਨ, ਗਿਆਨ ਦੇ ਰਹੇ ਹਨ ਇੱਕ ਦੂਸਰੇ ਨੂੰ, ਸੁੱਤੇ ਹੋਇਆਂ ਨੂੰ। ਜਿਵੇਂ ਸੁੱਤਾ ਹੋਇਆ ਮਨੁੱਖ ਇੱਕ ਦੂਸਰੇ ਦੇ ਹੱਥ ਦੇ ਵਿੱਚ ਦੂਸਰੀ ਚੀਜ਼ ਦੇਈ ਜਾਂਦਾ, ਹੱਥ 'ਚ ਵੀ ਨਹੀਂ ਦੇ ਰਹੇ, ਸਿੱਧੀ ਦਿਮਾਗ 'ਚ ਦੇ ਰਹੇ ਹੋ। ਕਮਾਲ ਦੀ ਗੱਲ, ਸੁੱਤੇ ਹੋਏ। ਤੇ ਸੁੱਤੇ ਹੋਇਆਂ ਨੂੰ ਪਤਾ ਨਹੀਂ ਲੱਗ ਰਿਹਾ ਹੈ ਵੀ ਜੋ ਕਹਿ ਰਹੇ ਹਨ ਇਹ ਵਾਸਤਵਿਕ ਦੇ ਵਿੱਚ ਹੈ ਕਿ
समझा किनू रहे हो तुसी। ये खुद में भगवान को देखना ही ध्यान है तो देखो फिर। ਹੁਣ ਇੱਕ ਪਾਸੇ ਤੁਸੀਂ ਭਗਵਾਨ ਨੂੰ ਦੇਖਣਾ ਖੁਦ ਵਿੱਚ, फिर दूसरे पासे लिखिया खुद को जानना ही सबसे बड़ा ज्ञान है। दस खुद नू जानना है। ऊपर लिखिया है सुन ही सुन है। अंतर सुनंग बाहर सुनंग तिरभावन सुनम सुनंग। जो चौथे सुनने जो नर जाने तिसको पाप न पुन्न। तुसी जानिया है सुन नू, सिर्फ सुनिया सुनाइया पंक्तियां जिन्हें लिखिया हैं वो भी बाहा मूड़ ही लगता है। आदमी कितों कितों कढ़ लेंदे हैं पंक्तियां, कोई कितों पढ़ लिया कोई कितों पढ़ ली ते पंक्तियां लिखतियां दूसरे नूं भेजतियां, दूसरा तीसरे नूं भेजी जांदा ते इन्हें गाह ग्रुप दे विच पा दित्ती। इन्हें अपना नां नहीं लिखिया है। ਨਾਂ ਲਿਖਿਆ ਹੁੰਦਾ ਜ਼ਿਆਦਾ ਵਧੀਆ ਹੈ, ਨਾਂ ਦੇ ਨਾਲੋਂ ਮੋਹ ਟੁੱਟਦਾ। ਜੇ ਐਡਰੈਸ ਲਿਖਿਆ ਹੁੰਦਾ ਤੇ ਹੋਰ ਜ਼ਿਆਦਾ ਵਧੀਆ ਹੋਣਾ ਸੀ, ਹੋਰ ਵੀ ਮੋਹ ਟੁੱਟਦਾ ਤੇ ਚੋਟ ਵੀ ਜ਼ਿਆਦਾ ਲੱਗਣੀ ਸੀ। ਇਸੇ ਕਰਕੇ ਜਿਨ੍ਹਾਂ ਨੂੰ ਚੋਟ ਜ਼ਿਆਦਾ ਕਰਨੀ ਹੁੰਦੀ ਹੈ ਨਾ, ਮੈਂ ਤੇ ਨਾਂ ਲੈ ਕੇ ਗੱਲ ਕਰਦਾ, ਫਿਰ ਸਿੱਧੀ ਵੱਜਦੀ ਹੈ। नहीं तो आदमी सोचता है कि मैनू किया है, किसी होर नूं किया होवे। आदमी अपने ते नहीं लेंदा है तो चोट लगदी नहीं। आदमी सोचता है मैनू थोड़ी किया है, तो सारे सुनी जाते हैं। जिवें डाकिए ने चिट्ठी दित्ती तुहानू लियाण के, तुसीं सारिਆਂ ने पढ़ ली, एड्रैस किसी का भी नहीं लिखिया। तुसीं सोचदे हो भी साडे नां ते है नहीं, पढ़ लई असीं, सुन लई, नहीं तुहानू ही चिट्ठियां पाईयां जा रहीआं। तुहाडा ही एड्रैस है, उत्ते नाम पता है, ख्याल रखो। तुसीं भावें नां गुप्त भी रखो भी चोट घट लगेगी, पर वधिया होवे। चोट ज़्यादा लगती है ना, उन्ना ही भला ज़्यादा हुंदा है। ते ख्याल विच रखो जो भी लिखते हो ना, वो बाहरों इधरों उधरों पंक्तियां फड़ के ना लिखो। किसी ने भेज दित्तियां तुसीं गांह पा दित्तियां, इहदे नाल लाभ नहीं होना है। ये आदत छड्डो। किसी नूं उपदेश ना दिओ जिन्ना चिर तुसीं समझो ना, उन्ना चिर कहो ही किसी नूं ना। क्यों कह रहे हो मैनूं तो ये नहीं समझ लगदी। हद होई तुहाडे वाली, तुसीं नहीं समझ रहे गल, रोज़ किया जा रहा है। ਜਿਹੜੀ गल रोज़ ही कही जा रही है वो तुहानूं नहीं समझ लगदी भी तुसीं क्यों उपदेश दिंदे हो किसी नूं। क्यों नहीं कहते हो ये जो गल्लां लिखियां हन ये तो ना मेरी समझ विच आ रहीआं हन ते ना मैं जे अपने खुद विच खुद नूं खोजण दी कोशिश करती है। ना कोई ज्ञान है ना कोई ध्यान है। तुसीं ईमानदार क्यों नहीं हुंदे हो? इहो मैं कहना ना, ईमानदार शुद्ध मन आ गई ना उत्थे ही गल। धार्मिक आदमी का भी शुद्ध नहीं है मन, भाव कि झूठा है मन। जो जानदा हो कहंदा नहीं, जो कहंदा है वो जानदा नहीं। ते जो जानदे हो ना वो कहो।
ਜਾਂ ਜੋ ਨਹੀਂ ਜਾਣਦੇ ਹੋ ਉਹ ਪੁੱਛੋ, ਜਾਂ ਤੁਹਾਡੇ ਔਗਣ ਹਨ, ਕੁਛ ਕਮਜ਼ੋਰੀਆਂ ਹਨ ਜਿਨ੍ਹਾਂ ਤੋਂ ਤੁਸੀਂ ਬਾਹਰ ਨਹੀਂ ਨਿਕਲ ਪਾ ਰਹੇ ਹੋ, ਉਹ ਕਹੋ। ਬਹੁਤ ਲਾਭ ਹੋਵੇਗਾ। ਖਿਆਲ ਵਿੱਚ ਰੱਖੋ, ਜਿਹੜੇ ਉਪਦੇਸ਼ ਤੁਸੀਂ ਪੜ੍ਹਦੇ ਵੀ ਹੋ ਨਾ ਮਹਾਂਪੁਰਸ਼ਾਂ ਦੇ, ਕਬੀਰ ਜੀ, ਰਵਿਦਾਸ ਜੀ, ਬਾਬਾ ਨਾਨਕ ਜੀ ਦੇ ਜਿੰਨੀ ਬਾਣੀ ਹੈ, ਉਪਦੇਸ਼ ਹਨ, ਉਹ ਵੀ ਬਹੁਤੇ ਸਵਾਲ ਪੁੱਛੇ ਗਏ ਹਨ ਸਿੱਖਾਂ ਦੇ। ਸਿੱਖਾਂ ਨੇ ਪੁੱਛਿਆ ਹੈ ਤਾਂ ਉਹਨਾਂ ਨੇ ਉੱਤਰ ਦਿੱਤੇ ਹਨ। ਤੇ ਦੇਖੋ ਉਹ ਉੱਤਰ ਹਾਲੇ ਵੀ ਕੰਮ ਆ ਰਹੇ ਹਨ ਤੁਹਾਨੂੰ ਸਮਝਾਉਣ ਵਾਸਤੇ। ਤੇ ਜਿਨ੍ਹਾਂ ਨੇ ਪੁੱਛੇ ਸਨ ਉਹਨਾਂ ਨੇ ਵੀ ਭਲਾ ਹੀ ਕੀਤਾ ਸੀ ਨਾ। ਪਰ ਵਾਸਤਵਿਕ ਆਪਣੇ ਜੀਵਨ ਦੀ, ਕਿਉਂਕਿ ਤੁਸੀਂ ਆਪ ਆਪਣੇ ਜੀਵਨ ਦਾ ਨਿਰਣਾ ਲੈਣਾ ਹੈ। ਤੁਸੀਂ ਸੰਸਾਰ ਦੇ ਵਿੱਚ ਰਹਿਣਾ ਚਾਹੁੰਦੇ ਹੋ, ਮ੍ਰਿਤ ਮੰਡਲ 'ਚ ਰਹਿਣਾ ਚਾਹੁੰਦੇ ਹੋ, ਇਸ ਆਵਾਗਮਨ ਦੇ ਚੱਕਰ 'ਚ ਪੈਣਾ ਚਾਹੁੰਦੇ ਹੋ, ਇਸ ਸੰਸਾਰ ਦੇ ਦੁੱਖਾਂ ਦੇ ਵਿੱਚ ਪੈਣਾ ਰਹਿਣਾ ਚਾਹੁੰਦੇ ਹੋ, ਏਦਾਂ ਹੀ ਭਟਕਣਾ ਚਾਹੁੰਦੇ ਹੋ, ਤੁਸੀਂ ਸੋਚੋ, ਖਿਆਲ ਕਰੋ। ਅਗਰ ਨਹੀਂ ਭਟਕਣਾ ਚਾਹੁੰਦੇ ਹੋ, ਇਹ ਸੰਸਾਰ 'ਚੋਂ ਮੁਕਤ ਹੋਣਾ ਚਾਹੁੰਦੇ ਹੋ, ਤੇ ਫਿਰ ਖਿਆਲ ਰੱਖੋ, ਆਪਣੇ ਜੀਵਨ 'ਚ ਸੱਚਾਈ ਲਿਆਓ, ਇਮਾਨਦਾਰੀ ਲਿਆਓ। ਉੱਪਰੋਂ ਪੜ੍ਹੀਆਂ ਸੁਣੀਆਂ ਗੱਲਾਂ ਤੇ ਭਰੋਸਾ ਨਾ ਕਰੋ। ਥੋੜ੍ਹਾ ਜਿਹਾ ਸਮਝਦਾਰੀ ਤੋਂ ਕੰਮ ਲਓ। ਜੇ ਕਿਤੋਂ ਪੜ੍ਹਦੇ ਵੀ ਹੋ ਜਾਂ ਸੁਣਦੇ ਹੋ ਤੁਸੀਂ, ਤੁਹਾਨੂੰ ਖਿਆਲ ਵਿੱਚ ਆਉਂਦੀ ਹੈ ਕੋਈ ਗੱਲ, ਤਾਂ ਉਹਦੇ 'ਤੇ ਅਮਲ ਕਰੋ, ਉਹਨੂੰ ਜਾਣੋ। ਜਾਣਨ ਤੋਂ ਬਿਨਾਂ ਥੋੜ੍ਹੀ ਕਿਹਾ ਜਾਂਦਾ ਹੈ ਕਿਸੇ। ਇਹ ਉਪਦੇਸ਼ ਜਾਣਨ ਤੋਂ ਬਿਨਾਂ ਥੋੜ੍ਹੀ ਦਿੱਤੇ ਹਨ ਜਿਨ੍ਹਾਂ ਨੇ ਦਿੱਤੇ। ਫਿਰ ਕੀ ਫਾਇਦਾ ਹੈ ਬਿਨਾਂ ਜਾਣੇ ਕਿਸੇ ਨੂੰ ਕਹੀ ਜਾਣਾ ਵੀ ਅੰਦਰ ਖੋਜੋ, ਅੰਦਰ ਖੋਜੋ, ਆਪ ਜਾਣਿਆ ਨਹੀਂ ਹੈ। ਜਦੋਂ ਆਪ ਜਾਣਿਆ ਨਹੀਂ, ਤੁਹਾਨੂੰ ਕਿਵੇਂ ਪਤਾ ਲੱਗੂਗਾ ਅੰਦਰੋਂ ਕਿਵੇਂ ਖੋਜੋ? ਇਹੋ ਹੀ ਤੇ ਸਮੱਸਿਆ ਹੈ ਸਾਰਿਆਂ ਨੂੰ ਵੱਡੀ ਧਾਰਮਿਕ ਜਗਤ 'ਚ ਆ ਰਹੀ। ਹਜ਼ਾਰਾਂ ਹੀ ਲੋਕ, ਹਜ਼ਾਰਾਂ ਕਿਉਂ ਹੋਣਾ, ਅਜੋਕੇ ਸਮੇਂ 'ਚ ਕਰੋੜਾਂ ਹੀ ਪ੍ਰਚਾਰ ਕਰ ਰਹੇ ਹਨ। ਧਿਆਨੀ ਧਿਆਨ ਲਵਾ ਰਹੇ ਹਨ, ਗਿਆਨੀ ਗਿਆਨ ਵੰਡ ਰਹੇ ਹਨ। ਤੇ ਧਿਆਨ ਐਸੇ ਦੱਸ ਰਹੇ ਹਨ ਜਿਨ੍ਹਾਂ ਦਾ ਉਹਨਾਂ ਨੂੰ ਕੁਛ ਵੀ ਪਤਾ ਨਹੀਂ। ਧਿਆਨ ਬਾਰੇ ਕੋਈ ਪਤਾ ਹੀ ਨਹੀਂ ਹੈ ਵੀ ਧਿਆਨ ਕੀ ਹੈ। खुद में खुद की दूरी, ये सिर्फ पंक्तियां लिख देनी। ਜਿਹੜਾ ਦੂਰ ਹੈ ਹੀ ਨਹੀਂ, ਉਹ ਕਹਿੰਦਾ ਹੀ ਨਹੀਂ ਹੈ ਖੁਦ ਦੇ ਨਾਲ ਖੁਦ ਦੀ ਦੂਰੀ। ਉਹ ਕਹਿੰਦਾ ਹੈ ਤੁਸੀਂ ਦੂਰੀ ਸਮਝੀ ਬੈਠੇ ਹੋ, ਦੂਰੀ ਹੈ ਥੋੜੀ, ਤੁਸੀਂ ਦੂਰੀ ਮੰਨੀ ਬੈਠੇ ਹੋ, ਦੂਰੀ ਹੈ ਥੋੜੀ। ਤੁਸੀਂ ਬਾਹਰ ਜਾ ਰਹੇ ਹੋ ਧਿਆਨ ਕਰਕੇ, ਬੈਠੇ ਅੰਦਰੇ ਹੀ ਹੋ, ਅੰਦਰੋਂ ਹੀ ਧਿਆਨ ਕਰਕੇ ਬਾਹਰ ਜਾ ਰਹੇ ਹੋ। ਸੁਰਤੀ ਦੇ ਰਸਤੇ ਤੁਸੀਂ ਸੰਸਾਰ ਦੇ ਵਿੱਚ ਜਾ ਰਹੇ ਹੋ, ਸੁਰਤੀ ਦੇ ਮਾਰਗ, ਧਿਆਨ ਦਾ ਮਾਰਗ ਕਹਿ ਲਈਏ, ਸੁਰਤ ਦਾ ਮਾਰਗ ਕਹਿ ਲਈਏ, ਬਾਹਰ ਹੈ ਤੁਹਾਡਾ, ਬਾਹਰ ਨੂੰ ਜਾ ਰਹੇ ਤੁਸੀਂ। ਚਾਰੇ ਪਾਸੇ ਫੈਲਿਆ ਹੋਇਆ ਧਿਆਨ, ਭਟਕ ਰਿਹਾ ਹੈ ਕਦੀ ਕਿਤੇ, ਕਦੀ ਕਿਤੇ, ਕਦੀ ਕਿਤੇ। ਤੁਸੀਂ ਉੱਥੇ ਲੱਭ ਰਹੇ ਹੋ ਕੁਛ, ਜਿਵੇਂ ਉਦਾਹਰਣ ਦਿੱਤਾ ਹੈ ਨਾ,
ਭਈ ਵਿਸ਼ਟਾ ਦਾ ਕੀੜਾ ਜਿਹੜਾ ਹੈ ਉਹ ਬਾਹਰ ਭਟਕ ਰਿਹਾ ਹੈ, ਵਿਸ਼ਟਾ ਨੂੰ ਲੱਭਦਾ, ਥਾਂ ਥਾਂ ਤੇ ਮੂੰਹ ਮਾਰਦਾ, ਉਹਦੇ 'ਚ ਕੀ ਲੱਭਣਾ ਹੈ। ਤੇ ਬਾਹਰ ਤੁਸੀਂ ਭਟਕ ਰਹੇ ਹੋ, ਬਾਹਰ ਜਾ ਰਹੇ ਹੋ ਸੁਰਤ ਕਰਕੇ, ਗਏ ਥੋੜ੍ਹੀ ਹੋ ਤੇ ਉੱਥੇ ਹੀ ਜਾ ਰਹੇ ਹੋ, ਜਾਣਾ ਛੱਡਣਾ ਹੈ ਬਾਹਰ। ਇਸੇ ਕਰਕੇ ਕਹਿਣਾ ਹੈ ਨਾ ਮੈਂ, ਧਿਆਨ ਸੰਸਾਰ ਵੱਲੋਂ ਹਟਾਉਣਾ। ਸੰਸਾਰ ਵੱਲ ਤੁਸੀਂ ਜਾ ਰਹੇ ਹੋ, ਜਾਣਾ ਹਟਾਉਣਾ ਹੈ। ਜਿਵੇਂ ਕੋਈ ਕਿਤੇ ਜਾ ਰਿਹਾ ਹੋਵੇ ਤੇ ਉਹਨੂੰ ਕਹਿ ਦਿਓ ਚੁੱਪ ਕਰਕੇ ਬਹਿ ਜਾ, ਜਾ ਨਾ ਕਿਤੇ। ਹੁਣ ਚੁੱਪ ਕਰਕੇ ਬਹਿਣਾ ਤੇ ਸਿਖਾਲਾ ਹੈ, ਆਰਾਮ ਕਰ, ਵਿਸ਼ਰਾਮ ਕਰ, ਤੇਰੇ ਵਿਸ਼ਰਾਮ ਦੀ ਵਿਵਸਥਾ ਮੈਂ ਕਰ ਦਿੰਦਾ ਸਾਰੇ। ਅਗਲੇ ਨੂੰ ਕਹੋ ਤਾਂ ਅਗਲਾ ਕਵੇ ਨਾ ਜੀ ਨਾ, ਮੈਂ ਵਿਸ਼ਰਾਮ ਕਰ ਹੀ ਨਹੀਂ ਸਕਦਾ। ਉਹਨੂੰ ਕਵੇ ਕੋਈ ਗੱਲ ਨਹੀਂ, ਹਰ ਸੁਵਿਧਾ ਤੈਨੂੰ ਦੇਵਾਂਗੇ, ਤੂੰ ਫਿਕਰ ਕਿਉਂ ਕਰਦਾ, ਆਰਾਮ ਕਰ। ਉਹ ਆਰਾਮ ਕਰੇ ਨਾ, ਉਹ ਕਵੇ ਨਹੀਂ ਹਾਲੇ ਮੇਰੇ ਕੋਲ ਟਾਈਮ ਨਹੀਂ, ਆਰਾਮ ਕਰ ਨਹੀਂ ਸਕਦਾ। ਕਈਆਂ ਦੀ ਜ਼ਿੰਦਗੀ 'ਚ ਆਰਾਮ ਹੈ ਹੀ ਨਹੀਂ, ਸਾਰੀ ਜ਼ਿੰਦਗੀ ਭੱਜਦੇ ਰਹਿੰਦੇ ਹਨ। ਜਿਵੇਂ ਕਹਿੰਦੇ ਐਵੇਂ ਹੀ ਸਿਕੰਦਰ ਨੇ ਕਿਹਾ ਸੀ ਇੱਕ ਫਕੀਰ ਨੂੰ ਵੀ ਆਰਾਮ ਤੇ ਮੈਂ ਕਰਨਾ ਚਾਹੁੰਦਾ ਹਾਂ, ਤੁਸੀਂ ਆਰਾਮ ਦੀ ਕਲਾ ਦੱਸੋ। ਉਹ ਕਹਿੰਦਾ ਮੈਂ ਆਰਾਮ ਤੇ ਕਰ ਹੀ ਰਿਹਾ। ਉਹ ਲੇਟਿਆ ਹੋਇਆ ਸੀ ਨਦੀ ਦੇ ਕਿਨਾਰੇ, ਵੀ ਤੂੰ ਵੀ ਆ ਜਾ ਆਰਾਮ ਕਰ। ਸਿਕੰਦਰ ਕਹਿੰਦਾ ਮੈਂ ਕਰਨਾ ਤੇ ਚਾਹੁੰਦਾ, ਵੀ ਦੱਸ ਦਿਓ ਕਿਵੇਂ ਕਰਨਾ ਹੈ, ਤੇ ਮੇਰੇ ਕੋਲ ਟਾਈਮ ਹੀ ਨਹੀਂ, ਅਜੇ ਤੇ ਬਹੁਤ ਕੰਮ ਪਏ। ਉਹ ਕਹਿੰਦਾ ਫਿਰ ਤੂੰ ਆਰਾਮ ਨਹੀਂ ਕਰ ਸਕਦਾ, ਕਿਉਂਕਿ ਕੰਮ ਕਦੇ ਮੁੱਕਣੇ ਹੀ ਨਹੀਂ। ਉਹ ਕਹਿੰਦਾ ਅਜੇ ਤੇ ਮੇਰੇ ਦੇਸ਼ ਬਹੁਤ ਜਿੱਤਣ ਵਾਲੇ ਪਏ, ਫਿਰ ਮੈਂ ਆਰਾਮ ਕਰੂੰਗਾ, ਸਾਰੀ ਦੁਨੀਆ ਤੇ ਰਾਜ ਕਰੂੰਗਾ ਘਰ ਜਾ ਕੇ। ਉਹ ਕਹਿੰਦਾ ਕਰ ਹੀ ਨਹੀਂ ਸਕਦਾ, ਫਿਰ ਤੂੰ ਆਰਾਮ ਕਿਵੇਂ ਹੋਊਗਾ। ਇੰਨਾ ਡੰਬਰ ਫੈਲਾ ਕੇ ਕੋਈ ਆਰਾਮ ਕਰ ਸਕਦਾ? ਪਹਿਲਾਂ ਫੈਲਾਉਣਾ ਹੀ ਔਖਾ ਹੈ, ਫੈਲਾ ਹੀ ਨਹੀਂ ਸਕਿਆ, ਰਸਤੇ 'ਚ ਮਰ ਗਿਆ। ਤੇ ਆਰਾਮ ਹੈ ਹੀ ਨਹੀਂ ਜ਼ਿੰਦਗੀ 'ਚ। ਤੇ ਕੋਈ ਤੁਹਾਨੂੰ ਪ੍ਰਭੂ ਦਾ ਪਿਆਰਾ ਕਹਿੰਦਾ ਹੈ, ਗੁਰਮੁਖ ਪਿਆਰਾ ਕਹਿੰਦਾ ਹੈ ਵੀ ਆਓ ਮੈਂ ਤੁਹਾਨੂੰ ਆਰਾਮ ਕਰਨ ਦੀ ਕਲਾ ਦੱਸ, ਆਰਾਮ ਕਰੋ ਕੁਛ ਚਿਰ। ਜਿਹਨੂੰ ਵਿਸ਼ਰਾਮ ਕਿਹਾ ਹੈ, ਉਹਦੇ ਵਿੱਚ ਹੀ ਸੁੱਖ ਹੈ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੇ ਮਨ ਵਿਸ਼ਰਾਮ। ਉਹ ਵਿਸ਼ਰਾਮ ਅਵਸਥਾ 'ਚ ਹੀ ਸੁੱਖ ਹੈ। ਅੱਜ ਆਰਾਮ ਕਰੀ, ਆਰਾਮ ਆਰਾਮ ਅੰਦਰ ਹੈ ਤੁਹਾਡੇ, ਆਰਾਮ ਦੇ ਦੁਆਰਾ ਹੀ ਆਰਾਮ ਮਿਲਦਾ। ਦੇਖੋ ਕਮਾਲ ਦੀ ਗੱਲ ਕਿ ਨਹੀਂ, ਆਰਾਮ ਵੀ ਆਰਾਮ ਨਾਲ ਹੀ ਮਿਲਦਾ, ਕੁਛ ਕਰਨ ਦੀ ਲੋੜ ਥੋੜ੍ਹੀ। ਕਿੰਨਾ ਸਿਖਾਲਾ, ਬਾਹਰਲਾ ਆਰਾਮ ਨਹੀਂ ਕਿਤੇ ਮਿਲਦਾ ਹੈ, ਅੰਦਰਲਾ ਆਰਾਮ ਆਰਾਮ ਦੇ ਨਾਲ ਹੀ ਮਿਲ ਜਾਂਦਾ। ਬਾਹਰਲੇ ਆਰਾਮ ਵਾਲੇ ਭਟਕਦੇ ਰਹਿੰਦੇ ਨੇ, ਮਿਲਦਾ ਹੀ ਨਹੀਂ, ਹੋਇਆ ਹੀ ਨਹੀਂ, ਹੈ ਹੀ ਨਹੀਂ। ਅੰਦਰਲਾ ਅੰਦਰਲਾ ਮੌਜੂਦ ਹੀ ਹੈ, ਬਹੁਤੀ ਦੂਰ ਨਹੀਂ ਹੈ। ਆਰਾਮ ਕਰੋ। ਤੇ ਬਾਹਰ ਤੁਸੀਂ ਜਾ ਰਹੇ ਹੋ, ਤੇ ਇੱਧਰ ਕਿਹਾ ਜਾ ਰਿਹਾ ਹੈ ਵੀ ਬਾਹਰ ਨਾ ਜਾਓ, ਥੋੜ੍ਹਾ ਜਿਹਾ ਆਰਾਮ ਕਰੋ। ਸਰੀਰ ਕਰਕੇ ਤੇ ਕਰਦੇ ਹੋ, ਸੁਰਤ ਕਰਕੇ ਵੀ ਆਰਾਮ ਕਰੋ, ਧਿਆਨ ਕਰਕੇ ਆਰਾਮ ਕਰੋ। ਪੂਰਾ ਦਾ ਪੂਰਾ ਤੁਹਾਡਾ ਧਿਆਨ ਆਰਾਮ ਦੇ ਵਿੱਚ ਹੋਵੇ, ਖਿਆਲ ਵਿੱਚ ਰੱਖੋ। ਜਦੋਂ ਆਰਾਮ ਕਰੋ ਪੂਰਾ ਹੀ ਧਿਆਨ ਤੁਹਾਡਾ ਆਰਾਮ 'ਚ ਹੋਵੇ, ਆਰਾਮ ਦੇ ਨਾਲ ਆਰਾਮ ਕਰੋ, ਪੂਰੇ ਆਏ, ਬਾਹਰ ਕਿਤੇ ਨਾ ਜਾਓ। ਹੌਲੀ ਹੌਲੀ ਹੋ ਸਕਦਾ ਤੁਹਾਨੂੰ ਆਰਾਮ ਕਰਨ ਦੀ ਆਦਤ ਬਣ ਜਾਵੇ, ਫਿਰ ਤੁਹਾਨੂੰ ਥੋੜ੍ਹਾ ਥੋੜ੍ਹਾ ਉਸ ਆਰਾਮ ਦਾ ਪਤਾ ਲੱਗੂਗਾ, ਉਸ ਸੁਣਨ ਦਾ ਪਤਾ ਲੱਗੂਗਾ, ਜਿਹੜੀ ਸੁਣਨ ਦੀ ਤੁਸੀਂ ਗੱਲ ਕਰਦੇ ਹੋ। ਦ੍ਰਿਸ਼ 'ਚ ਉਲਝਦੇ ਹਾਂ, ਸੁਣਨ ਦਾ ਥੋੜ੍ਹੀ ਪਤਾ ਲੱਗਦਾ। ਦ੍ਰਿਸ਼ ਤੋਂ ਹਟਾਓਗੇ ਸੁਰਤ ਨੂੰ ਤੇ ਅਦ੍ਰਿਸ਼ਟ ਦੇ ਵਿੱਚ ਜਾਓਗੇ, ਤਾਂ ਹੀ ਸੁਣਨ ਦਾ ਪਤਾ ਲੱਗੂ।
ਸੁਣ ਦਾ ਪਤਾ ਥੋੜ੍ਹੀ ਲੱਗਦਾ ਹੈ ਨਾਲੇ ਬਾਹਰ। ਉਹ ਸੁਣ ਦਾ ਅਰਥ ਹੀ ਇਹ ਹੁੰਦਾ ਹੈ ਕੁਛ ਵੀ ਨਹੀਂ। ਜੋ ਕੁਛ ਵੀ ਨਹੀਂ ਹੈ ਉਹਦਾ ਬਾਹਰੋਂ ਪੜ੍ਹ ਕੇ ਥੋੜ੍ਹੀ ਪਤਾ ਲੱਗੇਗਾ। ਤੇ ਜੋ ਕੁਛ ਵੀ ਨਹੀਂ ਹੈ ਕੁਛ ਹੋਵੇ ਤਾਂ ਤੁਸੀਂ ਉਹਦੇ ਬਾਰੇ ਸੋਚ ਸਕਦੇ ਹੋ, ਸਮਝ ਸਕਦੇ ਹੋ। ਬੁੱਧੀ ਜੋ ਕੁਛ ਹੈ ਉਹਦੇ ਬਾਰੇ ਜਾਣ ਸਕਦੀ, ਸੋਚ ਸਕਦੀ, ਵਿਚਾਰ ਸਕਦੀ। ਜੋ ਕੁਛ ਵੀ ਨਹੀਂ ਸੁਣ, ਇਸੇ ਕਰਕੇ ਪ੍ਰਮਾਤਮਾ ਨੂੰ ਜਾਣਿਆ ਹੀ ਨਹੀਂ ਜਾ ਸਕਦਾ। ਕੁਛ ਨਹੀਂ ਹੈ ਦੀ ਤਰ੍ਹਾਂ ਹੈ, ਫਿਰ ਵੀ ਪੂਰਾ ਦਾ ਪੂਰਾ ਹੈ। ਉਹ ਪੂਰਨ ਵੀ ਹੈ ਤੇ ਸੁੰਨ ਵੀ ਹੈ। ਨਿਰਗੁਣ ਸਰਗੁਣ ਸਭ ਕੁਛ ਹੀ ਉਹ ਆਪ ਹੈ। ਪਰ ਉਹਨੂੰ ਜਾਣਨ ਵਾਸਤੇ ਸਥੂਲ ਨਾਲੋਂ ਧਿਆਨ ਹਟਾਉਣਾ ਪੈਂਦਾ ਹੈ। ਪਹਿਲਾਂ ਬਾਹਰ ਤੋਂ ਧਿਆਨ ਹਟਾਉਣਾ ਪੈਂਦਾ ਹੈ, ਆਪਣੇ ਕੋਲ ਆਉਣਾ ਪੈਂਦਾ ਹੈ, ਆਪਣੇ ਅੰਦਰ ਆਉਣਾ ਪੈਂਦਾ ਹੈ। ਠੀਕ ਹੈ, ਤੁਸੀਂ ਲਿਖਿਆ ਹੈ खुद को खोजना ही ध्यान है, तो खोजो, ध्यान करो, पर ईमानदारी रखो। ध्यान करो लिखिया है तो करो। तो ज्ञान बाहरों पढ़ सुन के नहीं हो जाना है। तुसीं क्या खुद को जानना है ज्ञान है। खुद नूं की जानते हो तुसीं? जो जानते हो सब झूठ है, ये ज्ञान नहीं है। सब जानकारी बुद्धि की झूठ है। ਗਿਆਨ ਵਾਸਤਵਿਕ ਦੇ ਵਿੱਚ ਉਦੋਂ ਹੁੰਦਾ ਹੈ ਜਦੋਂ ਇਹ ਬਾਹਰਲਾ ਜਿਹੜਾ ਗਿਆਨ ਹੈ ਨਾ ਉਹਨੂੰ ਕਚਰੇ ਦੀ ਤਰ੍ਹਾਂ ਸੁੱਟ ਦਿੰਦਾ ਹੈ। ਬਿਲਕੁਲ ਸਾਫ਼ ਹੋ ਜਾਂਦਾ ਹੈ, ਅੰਦਰੋਂ ਸਵੱਛ ਹੋ ਜਾਂਦਾ, ਤਾਂ ਪਤਾ ਲੱਗਦਾ ਬੁੱਧੀ ਤੋਂ ਪਾਰ ਜਾ ਕੇ। ਤੇ ਅਖਰੀ ਗਿਆਨ ਥੋੜੀ ਖੁਦ ਕੋ ਜਾਣਨਾ, ਪੜ੍ਹ ਸੁਣ ਕੇ ਜਾਣ ਲਿਆ ਵੀ ਮੈਂ ਕੌਣ ਹਾਂ, ਮੈਂ ਸੁਣ ਹਾਂ, ਮੈਂ ਪਰਮਾਤਮਾ। ਇਹ ਜਾਣਕਾਰੀ ਨਾਲ ਤੁਹਾਡੀਆਂ ਮੁਸੀਬਤਾਂ ਖਤਮ ਥੋੜੀ ਹੋ ਰਹੀਆਂ। ਜੇ ਹੋ ਰਹੀਆਂ ਹਨ ਤਾਂ ਸਮਝੋ, ਪਰ ਹੋ ਨਹੀਂ ਰਹੀਆਂ, ਹੋ ਨਹੀਂ ਸਕਦੀਆਂ। ਅੱਖਰਾਂ ਦੇ ਜਾਣਨ ਨਾਲ ਗਿਆਨ ਨਹੀਂ ਹੁੰਦਾ, ਇਹ ਖਿਆਲ ਵਿੱਚ ਰੱਖੋ। ਖੁਦ ਨੂੰ ਜਾਣਨਾ ਹੈ ਤੇ ਖੁਦ ਕੋਲ ਆਓ। ਖੁਦ ਨੂੰ ਜਾਣ ਲਓਗੇ ਤੇ ਖੁਦਾ ਨੂੰ ਵੀ ਜਾਣ ਲਓਗੇ, ਰਾਮ ਨੂੰ ਵੀ ਜਾਣ ਲਓਗੇ, ਨਿਰਗੁਣ ਨੂੰ ਵੀ ਜਾਣ ਲਓਗੇ, ਸੁਣ ਨੂੰ ਵੀ ਜਾਣ ਲਓਗੇ, ਪਰਿਪੂਰਨ ਨੂੰ ਵੀ ਜਾਣ ਲਓਗੇ, ਪ੍ਰੇਮ ਨੂੰ ਵੀ ਜਾਣ ਲਓਗੇ। ਉਹ ਸਾਰੇ ਹੀ ਮਾਰਗ ਇੱਕੋ ਜਗ੍ਹਾ ਜਾ ਕੇ ਮਿਲ ਜਾਂਦੇ। ਜਿਵੇਂ ਪਹਾੜ ਦੀ ਚੋਟੀ ਤੇ ਪਹੁੰਚ ਗਏ ਨਾ ਤੁਸੀਂ, ਚਾਰ ਸਪੇਰੇ ਤੋਂ ਜਿੰਨੇ ਵੀ ਰਸਤੇ ਪਹਾੜ ਦੀ ਚੋਟੀ ਵੱਲ ਨੂੰ ਜਾਣ ਵਾਲੇ ਹਨ ਉੱਤੇ ਜਾ ਕੇ ਮਿਲ ਜਾਂਦੇ। ਇੱਦਾਂ ਹੀ ਪ੍ਰੇਮੀ, ਗਿਆਨੀ, ਧਿਆਨੀ ਸਾਰੇ ਹੀ ਉੱਪਰ ਮਿਲ ਜਾਂਦੇ ਹਨ ਸਿਖਰ ਤੇ ਜਾ ਕੇ। ਕਿਸੇ ਵੀ ਰਸਤੇ ਚੱਲੋ, ਅਗਰ ਧਿਆਨ ਦਾ ਰਸਤਾ ਠੀਕ ਲੱਗ ਰਿਹਾ ਹੈ ਤੁਹਾਨੂੰ, ਤੁਹਾਡੀਆਂ ਪੰਕਤੀਆਂ ਪੜ੍ਹ ਕੇ ਲੱਗ ਵੀ ਉਵੇਂ ਰਿਹਾ ਹੈ ਵੀ ਤੁਸੀਂ ਬੌਧਿਕ ਤਲ ਤੇ ਸੋਚਣ ਵਾਲੇ ਜ਼ਿਆਦਾ। ਠੀਕ ਹੈ, ਧਿਆਨ ਦਾ ਰਸਤਾ ਅਪਣਾਓ, ਧਿਆਨ ਕਰੋ, ਬਾਹਰੋਂ ਧਿਆਨ ਹਟਾਓ, ਅੰਦਰ ਨੂੰ ਆਓ। ਅੰਦਰੇ ਹੀ ਹੈ ਤੁਹਾਡੇ, ਤੋਂ ਦੂਰੀ ਨਹੀਂ ਹੈ ਕੋਈ ਵੀ, ਖਿਆਲ ਵਿੱਚ ਰੱਖੋ। ਬਾਹਰੋਂ ਧਿਆਨ ਹਟਾ ਲਓ, ਇੱਕ क्षण ਦੇ ਵਿੱਚ ਹੀ ਹਟਾ ਲਓ ਨਾ, ਤੇ ਦੂਰੀ ਇੱਕ क्षण 'ਚ ਹੀ ਤੈਅ ਹੋ ਜਾਂਦੀ ਹੈ। ਪਲਕ ਝਪੜਨ ਦੇ ਨਾਲ ਹੀ ਦੂਰੀ ਤੈਅ ਹੋ ਜਾਂਦੀ, ਕਿਉਂਕਿ ਦੂਰੀ ਹੈ ਨਹੀਂ ਨਾ, ਸਿਰਫ ਧਿਆਨ ਹਟਾਉਣਾ। ਜਿਵੇਂ ਕਿਸੇ ਗਿਆਨਵਾਨ ਪੁਰਸ਼ ਨੇ ਪੁੱਛਿਆ ਸੀ ਨਾ ਆਪਣੇ ਗੁਰੂ ਕੋਲੋਂ ਵੀ ਜਾਗਰਤ ਪੁਰਸ਼ ਤੇ ਸੁੱਤੇ ਹੋਏ 'ਚ ਕੀ ਫਰਕ। ਉਹ ਕਹਿੰਦਾ ਅੱਖ ਮੀਟਣ ਤੇ ਅੱਖ ਖੋਲਣ ਜਿੰਨਾ। ਜਾਗਣ ਵਾਲਾ ਅੰਦਰੋਂ ਜਾਗ ਗਿਆ ਆਪਣੇ ਕੇਂਦਰ ਤੇ, ਸੁੱਤਾ ਹੋਇਆ ਬਾਹਰ ਸੰਸਾਰ ਵਿੱਚ ਸੁੱਤਾ ਹੋਇਆ, ਇੰਨਾ ਹੀ ਫਰਕ ਹੈ।